ਦਾ ਇਹ ਪਵਿੱਤਰ ਦਿਹਾੜਾ ਸਭ ਲਈ ਖੁਸ਼ੀਆਂ ਲੈ ਕੇ ਆਵੇ। ਦੀਵਾਲੀ ਦਾ ਇਹ ਤਿਉਹਾਰ ਜਿੱਥੇ ਹਿੰਦੂ ਧਰਮ ਦੇ ਲਈ ਮਹੱਤਤਾ ਰੱਖਦਾ ਤਾਂ ਉੱਥੇ ਹੀ ਸਿੱਖ ਧਰਮ ਦਾ ਵੀ ਮਹਾਨ ਇਤਿਹਾਸ ਇਸ ਦੇ ਨਾਲ ਜੁੜਿਆ ਹੋਇਆ ਹੈ ਤੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਹਾੜੇ ਦੇ ਰੂਪ ਦੇ ਵਿੱਚ ਇਸ ਦੀਵਾਲੀ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਛੁਡਵਾ ਕੇ ਲੈ ਕੇ ਆਏ ਸੀ। ਤੇ ਆਓ ਝਾਤ ਪਾਉਂਦੇ ਹਾਂ ਬੰਦੀ ਛੋੜ ਦਿਹਾੜੇ ਦੇ ਇਤਿਹਾਸ ਤੇ। सतगुर बंदी छोड़ है, सतगुर बंदी छोड़ है, बंदी छोड़ है, बंदी छोड़ है, बंदी छोड़ है, बंदी छोड़ है। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲੇ ਦੇ ਵਿੱਚੋਂ ਰਿਹਾ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿੱਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਵਜੋਂ ਵੀ ਮਨਾਉਂਦੇ ਨੇ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕਾਂ ਦੇ ਵਿੱਚ ਅੱਗੇ ਆਉਣ ਦੀ ਪ੍ਰੇਰਣਾ ਦਿੰਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਗਵਾਲੀਅਰ ਦੀ ਕੈਦ ਵਿੱਚੋਂ ਛੁਡਵਾਏ 52 ਰਾਜਿਆਂ ਦਾ ਇਤਿਹਾਸ ਸੰਭਾਲੀ ਬੈਠਾ ਹੈ। ਇਹ ਦਿਹਾੜਾ ਸਮੁੱਚੇ ਪੰਥ ਦੇ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸਤਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਇਹਦੇ ਮੁਤਾਬਕ ਜਿਹੜਾ ਇਹ ਦਿਹਾੜਾ ਹੈ ਬੰਦੀ ਛੋੜ, ਜਿਹਨੂੰ ਅਸੀਂ ਦੀਵਾਲੀ ਦੇ ਰੂਪ ਵਿੱਚ ਵੀ ਮਨਾਉਂਦੇ ਹਾਂ। ਜਦੋਂ 1606 ਈਸਵੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਤੇ ਚੰਦੂ ਨੇ ਰਲ ਕੇ ਤੱਤੀ ਤਵੀ ਦੇ ਬਿਠਾ ਕੇ ਸਿਰ 'ਤੇ ਰੇਤਾ ਪਾ ਕੇ ਸ਼ਹੀਦ ਕੀਤਾ, ਤਾਂ 6ਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸ਼ਾਂਤੀ ਦਾ ਰਸਤਾ ਛੱਡ ਕੇ, ਕਿਉਂਕਿ ਜਦੋਂ ਕਿਸੇ ਰਹਿਬਰ ਨੂੰ ਹੀ ਇਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ ਤੇ ਮਜਬੂਰਨ ਉਹ ਜਿਹੜਾ ਰਸਤਾ ਹੈ ਉਹ ਤਬਦੀਲ ਕਰਨਾ ਪੈਂਦਾ ਹੈ। ਤੇ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਇੱਥੇ ਚੰਗੀਆਂ ਜਵਾਨੀਆਂ ਘੋੜੇ ਉਹ ਬੁਲਾਏ ਤੇ ਸਮੇਂ ਦਾ ਉਹ ਜਿਹੜਾ ਬਾਦਸ਼ਾਹ ਸੀ ਜਹਾਂਗੀਰ, ਉਹ ਤਲਮਲਾ ਉੱਠਿਆ ਤੇ ਉਹਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਦਿੱਤਾ ਤੇ ਸਮੇਂ ਨੇ ਕਰਵਟ ਲਈ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਿਹਾ ਕਰਨਾ ਪਿਆ ਤੇ 22 ਧਾਰ ਦੇ ਰਾਜਿਆਂ ਨੂੰ ਨਾਲ ਰਿਹਾ ਕਰਵਾ ਕੇ ਸਤਿਗੁਰੂ ਜੀ ਨੇ ਬੰਦੀ ਛੋੜ ਅਖਵਾਇਆ। ਇਸ ਦਿਨ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਣ ਦਾ ਆਨੰਦ ਮਾਣਨ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਨੇ। ਇਹ ਸੰਗਤ ਦੇ ਜਿਹੜੀ ਆਮਦ ਦੇ ਮੱਦੇਨਜ਼ਰ ਸਾਡੇ ਕੋਲ ਜਿਹੜੇ ਰਿਹਾਇਸ਼ ਦੇ ਪੂਰੇ ਉਹਨੇ ਸਾਧਨ ਨਹੀਂ, ਕਿਉਂਕਿ ਜਦੋਂ ਜੋੜ ਮੇਲਿਆਂ ਤੇ ਸੰਗਤ ਆਉਂਦੀ ਹੈ ਉਹਨੇ ਸਾਧਨ ਜਿਹੜੇ ਉਹ ਪੈਦਾ ਕਰਨੇ ਸੌਖੀ ਗੱਲ ਨਹੀਂ। ਫਿਰ ਵੀ ਅਸੀਂ ਜਿੰਨੇ ਸਾਡੇ ਸਕੂਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਮਸਰ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਹੈ, ਇਸੇ ਤਰ੍ਹਾਂ ਜਿੰਨੇ ਵੀ ਸਕੂਲ ਆ ਉਹ ਸਾਰੇ ਖਾਲੀ ਕਰਵਾ ਕੇ ਉੱਥੇ ਰਿਹਾਇਸ਼। ਫਿਰ ਪਿਛਲੇ ਕਾਫੀ ਸਮੇਂ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਤੇ ਦੀਵਾਲੀ ਤੇ ਜਿੰਨੇ ਵੀ ਅੰਮ੍ਰਿਤਸਰ ਦੇ ਹੋਟਲਾਂ ਦੇ ਮਾਲਕ ਨੇ ਉਹਨਾਂ ਨਾਲ ਮੀਟਿੰਗ ਕਰੀਦੀ ਆ, ਉਹ ਸਾਨੂੰ ਕਮਰਿਆਂ ਦੀ ਆਫਰ ਵੀ ਕਰਦੇ ਨੇ। ਗੁਰੂ ਸਾਹਿਬ ਦਾ ਸਮੁੱਚਾ ਜੀਵਨ ਜ਼ਬਰ ਜ਼ੁਲਮ ਦੇ ਖਿਲਾਫ ਇੱਕ ਸੰਘਰਸ਼ ਰਿਹਾ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੰਡ ਪਾਉਣ ਦੇ ਲਈ ਹਥਿਆਰ ਚੁੱਕਣੇ ਹੀ ਪੈਣਗੇ। ਇਸੇ ਲਈ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਬੀਰ ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਤੇ ਸ਼ਸਤਰ ਲਿਆਉਣ ਦੇ ਹੁਕਮ ਵੀ ਕੀਤੇ। ਅਣਖੀਲੇ ਨੌਜਵਾਨਾਂ ਦੀ ਫੌਜ ਤਿਆਰ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣ ਲੱਗੀ। ਸਿੰਘ ਸਾਹਿਬ, ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਬਹੁਤ ਕਹਾਵਤ ਵੀ ਬਹੁਤ ਮਸ਼ਹੂਰ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਉਸ ਦਾ ਕੀ ਇਤਿਹਾਸ ਹੈ? ਥੋੜਾ ਜਿਹਾ ਉਸ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਜਾਣਨਾ ਪਾਇਆ ਜਾਵੇ। ਇਹ ਜਿਹੜੀ ਕਹਾਵਤ ਤੁਸੀਂ ਆਪ ਹੀ ਬੋਲੀ ਹੈ, ਇਹ
ਇੰਨੀ ਜ਼ਿਆਦਾ ਪ੍ਰਚਲਿਤ ਹੈ ਕਿ ਸਿੱਖ ਸੰਗਤਾਂ ਅੰਦਰ ਦੀਵਾਲੀ ਜੇਕਰ ਕਿਤੇ ਜ਼ਿਆਦਾ ਉਤਸ਼ਾਹ ਨਾਲ ਮਨਾਈ ਜਾਂਦੀ ਸੀ, ਜਿਵੇਂ ਅਸੀਂ ਦੇਖਦੇ ਹਾਂ ਕਿ ਹੋਲਾ ਮਹੱਲਾ ਜਿਹੜਾ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਹੈ, ਵਿਸਾਖੀ ਦਮਦਮਾ ਸਾਹਿਬ ਮਨਾਈ ਜਾਂਦੀ ਹੈ, ਤੇ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਇਹ ਅੰਮ੍ਰਿਤਸਰ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਤਿਉਹਾਰ ਹੈ। ਦੀਵਾਲੀ ਦੇ ਤਿਉਹਾਰ ਦੇ ਨਾਲ ਸੰਗਤਾਂ ਜੁੜ ਕੇ ਗੁਰੂ ਦਰਸ਼ਨ ਕਰਨ ਆਉਂਦੀਆਂ ਸਨ, ਗੁਰੂ ਦੀਦਾਰ ਕਰਦੀਆਂ ਸਨ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ, ਕਿਉਂਕਿ ਇੱਥੇ ਕੁਝ ਅੰਗਰੇਜ਼ ਕਾਲ ਦੇ ਵੇਲੇ ਦੀਆਂ ਪਿਕਚਰਸ ਵੀ ਮਿਲਦੀਆਂ ਨੇ, ਜਿਹਦੇ ਵਿੱਚ ਵੀ ਇਹ ਰੈਫਰੈਂਸ ਦਿੱਤੀ ਗਈ ਹੈ ਕਿ ਦੀਵਾਲੀ ਦੇ ਸਮੇਂ ਦਰਬਾਰ ਸਾਹਿਬ ਦੇ ਵਿੱਚ ਸਜਾਵਟ ਦੀਪਮਾਲਾ ਕੀਤੀ ਜਾਂਦੀ ਸੀ। ਸੋ ਇਹ ਹਵਾਲੇ ਸਾਡੇ ਕੋਲ ਅੱਜ ਵੀ ਮੌਜੂਦ ਨੇ। ਇਸ ਤੇ ਹਕੂਮਤ ਨੂੰ ਡਰ ਸਤਾਉਣ ਲੱਗਾ। ਲੋਹਗੜ੍ਹ ਦੇ ਕਿਲੇ ਦੀ ਸਥਾਪਨਾ ਦੇ ਨਾਲ ਤਾਂ ਹਕੂਮਤ ਹੋਰ ਵੀ ਸੜ ਬਲ ਗਈ। ਗੁਰੂ ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫਲਸਰੂਪ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ 6ਵੇਂ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਮੁਕਤ ਕਰਾਇਆ ਸੀ, ਉਹਨਾਂ ਨੂੰ ਰਿਹਾ ਕੀਤਾ ਗਿਆ ਸੀ ਇੱਕ ਰੂਹਾਨੀ ਕਿਰਪਾ ਕਰਕੇ, ਤੇ ਉਹਨਾਂ ਨੇ 52 ਰਾਜਿਆਂ ਨੂੰ ਨਾਲ ਆਪਣੇ ਜਿਹੜਾ ਸੀ ਮੁਕਤ ਕਰਾਇਆ ਉਹ ਜੇਲ੍ਹ ਦੇ ਵਿੱਚੋਂ, ਤਾਂ ਦੇ ਉਸ ਦੀ ਖੁਸ਼ੀ ਦੇ ਵਿੱਚ ਇਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਸਿੱਖ ਧਰਮ ਦੇ ਵਿੱਚ। ਗਵਾਲੀਅਰ ਦੇ ਕਿਲੇ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਨਾਲ ਬੰਦੀ ਬਣਾਏ ਗਏ ਰਾਜਿਆਂ ਦੇ ਵਿੱਚ ਕਿਰਨ ਦੀ ਇੱਕ ਆਸ ਜਗੀ। ਜਿਨ੍ਹਾਂ ਰਾਜਿਆਂ ਨੇ ਸਮਝ ਰੱਖਿਆ ਸੀ ਕਿ ਹੁਣ ਉਹਨਾਂ ਦੀ ਖੂਣੀ ਇਸ ਕਿਲੇ ਦੀਆਂ ਉੱਚੀਆਂ ਕੰਧਾਂ ਦੇ ਅੰਦਰ ਬਾਹਰ ਹੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਨਾਲ ਉਹਨਾਂ ਅੰਦਰ ਜੀਵਨ ਦੀ ਇੱਕ ਆਸ ਜਾਗ ਉੱਠੀ। ਇਸ ਤੋਂ ਬਾਅਦ ਗੁਰੂ ਜੀ ਦੇ ਉਪਦੇਸ਼ਾਂ ਦੇ ਨਿਰਮਲ ਪ੍ਰਵਾਹ ਦੇ ਨਾਲ ਬੰਦੀ ਰਾਜਿਆਂ ਦਾ ਭਰਮ ਤੇ ਅਗਿਆਨ ਦਾ ਹਨੇਰਾ ਵੀ ਦੂਰ ਹੋਣ ਲੱਗ ਪਿਆ। ਦੂਸਰੇ ਪਾਸੇ ਗੁਰੂ ਸਾਹਿਬ ਜੀ ਦੀ ਕੈਦ ਦੀ ਖਬਰ ਸੁਣ ਕੇ ਸਿੱਖਾਂ ਵਿੱਚ ਬੇਚੈਨੀ ਪੈਦਾ ਹੋ ਗਈ। ਸੰਗਤਾਂ ਜਥੇ ਬਣਾ ਕੇ ਗਵਾਲੀਅਰ ਪਹੁੰਚਦੀਆਂ, ਪਰ ਮੁਲਾਕਾਤ ਦੀ ਇਜਾਜ਼ਤ ਨਾ ਹੋਣ ਕਾਰਨ ਉਦਾਸ ਹੋ ਕੇ ਵਾਪਸ ਆਉਂਦੀਆਂ। ਗੁਰੂ ਸਾਹਿਬ ਜੀ ਦੀ ਕੈਦ ਵਿਰੁੱਧ ਸਿੱਖਾਂ, ਗੁਰੂ ਘਰ ਦੇ ਪ੍ਰੇਮੀਆਂ ਤੇ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਚੁੱਕੀ, ਜਿਸ ਤੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਗਿਆ। ਇਸ ਨਾਲ ਕੈਦੀ ਰਾਜੇ ਮਾਯੂਸ ਹੋਏ ਦੇਖ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਕੱਲੇ ਨਹੀਂ ਜਾਣਗੇ, ਸਗੋਂ 52 ਰਾਜਿਆਂ ਨੂੰ ਨਾਲ ਇਸ ਕਿਲੇ ਚੋਂ ਆਜ਼ਾਦ ਕਰਾਉਣਗੇ। ਇਸ ਗੱਲ ਦਾ ਪਤਾ ਲੱਗਣ ਤੇ ਜਹਾਂਗੀਰ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਜਾਂ ਫਿਰ ਹੱਥ ਫੜ ਕੇ ਨਿਕਲ ਸਕਣ ਉਹ ਛੱਡ ਦਿੱਤੇ ਜਾਣਗੇ। ਇਸੇ ਤਰ੍ਹਾਂ ਗਵਾਲੀਅਰ ਕਿਲੇ ਚੋਂ ਰਿਹਾਈ ਸਮੇਂ ਗੁਰੂ ਜੀ ਨੇ ਆਪਣੇ ਚੂਲੇ ਦੀਆਂ ਕਲੀਆਂ ਦੇ ਨਾਲ 52 ਰਾਜਿਆਂ ਦੀ ਬੰਦ ਖਲਾਸੀ ਕਰਵਾਈ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾ ਹੋਣ ਤੋਂ ਬਾਅਦ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ ਦੇ ਵਿੱਚ ਘਰਾਂ ਦੇ ਵਿੱਚ ਘਿਓ ਦੇ ਦੀਵੇ ਬਾਲੇ। ਗਲੀਆਂ ਬਾਜ਼ਾਰਾਂ ਦੇ ਵਿੱਚ ਭਾਰੀ ਦੀਪਮਾਲਾ ਕੀਤੀ। ਇਸ ਦਿਨ ਤੋਂ ਬਾਅਦ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿੱਚ ਮਨਾਉਂਦੇ ਆ ਰਹੇ। सतगुर बंदी छोड़ है, सतगुर बंदी छोड़ है, बंदी छोड़ है, बंदी छोड़ है, बंदी छोड़ है, बंदी छोड़ है। इथे रुकांगे एक छोटे ਜਿਹੇ ब्रेक ਦੇ ਲਈ। ब्रेक ਤੋਂ ਬਾਅਦ ਇੱਕ ਖਾਸ ਪੇਸ਼ਕਸ਼ ਜਾਰੀ ਰਹੇਗੀ।
प्रस्तुतकर्ता टाटा टिस्कॉन 550 SD सरिया। अब है ज्यादा की बारी, ज्यादा स्ट्रेंथ, ज्यादा सुरक्षा, ज्यादा इको फ्रेंडली, ज्यादा फायदे। प्रायोजक घर हो या ऑफिस, फैक्ट्री हो या बागीचा, हर जरूरत को पूरा करे ड्यूरेबल पाइप्स और फिटिंग्स। पाइप मतलब ड्यूरेबल पाइप। और एक्वालाइट फुटवेयर, कंफर्ट दिखता है एक्वालाइट। ਸਤਿ ਸ਼੍ਰੀ ਅਕਾਲ ਜੀ। ਜੀ ਪੰਜਾਬ, ਹਰਿਆਣਾ, ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਮੈਂ ਆ ਤੁਹਾਡੇ ਨਾਲ ਅੰਮ੍ਰਿਤਾ ਗਰਗ। ਅੱਜ ਦਾ ਇਹ ਪਵਿੱਤਰ ਦਿਹਾੜਾ ਸਭ ਲਈ ਖੁਸ਼ੀਆਂ ਲੈ ਕੇ ਆਵੇ। ਦੀਵਾਲੀ ਦਾ ਇਹ ਤਿਉਹਾਰ ਜਿੱਥੇ ਹਿੰਦੂ ਧਰਮ ਦੇ ਲਈ ਮਹੱਤਤਾ ਰੱਖਦਾ ਤਾਂ ਉੱਥੇ ਹੀ ਸਿੱਖ ਧਰਮ ਦਾ ਵੀ ਮਹਾਨ ਇਤਿਹਾਸ ਇਸ ਦੇ ਨਾਲ ਜੁੜਿਆ ਹੋਇਆ ਹੈ ਤੇ ਸਿੱਖ ਧਰਮ ਦੇ ਵਿੱਚ ਬੰਦੀ ਛੋੜ ਦਿਹਾੜੇ ਦੇ ਰੂਪ ਦੇ ਵਿੱਚ ਇਸ ਦੀਵਾਲੀ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਛੁਡਵਾ ਕੇ ਲੈ ਕੇ ਆਏ ਸੀ। ਤੇ ਆਓ ਝਾਤ ਪਾਉਂਦੇ ਆ ਬੰਦੀ ਛੋੜ ਦਿਹਾੜੇ ਦੇ ਇਤਿਹਾਸ ਤੇ। इतिहासिक गुरुद्वारा श्री चोला साहिब कुडाणी कला जो दोराहे तो करीब 12 किलोमीटर की दूरी ते स्थित है। इस स्थान नूं मीरी पीरी दे बालिक साहिब श्री गुरु हरगोबिंद साहिब जी की छो प्राप्त है। हलका पायल दे पिंड कुडाणी कला दा इतिहास बंदी छोड़ इतिहास दे नाल जुड़िया। कुडाणी कला पिंड इस दे 4 इतिहासक गुरुद्वारियां दे लई प्रसिद्ध है। कहंदे ने कि श्री गुरु हरगोबिंद साहिब जी 25 फगन 1631 ईस्वी दे विच 52 राजियां नूं छुड़वा के इस थां ते पहुंचे सन। गवालियर तो रिहा होण तो बाद श्री गुरु हरगोबिंद साहिब जी अमृतसर जा रहे सन तां रस्ते विच गुरु हरगोबिंद साहिब जी कुडाणी कला विच आए ਤਾਂ ਉਹ ਪਹਿਲਾਂ ਉਸ ਜਗ੍ਹਾ ਤੇ ਰੁਕੇ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਅੱਜ ਵੀ ਇਸ ਥਾਂ ਤੇ ਮੌਜੂਦ ਹੈ ਜਿੱਥੇ ਇਸ ਵੇਲੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਸੁਸ਼ੋਭਿਤ ਹੈ। ਸਾਧ ਸੰਗਤ ਜੀ, ਜਿਸ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਦਾ ਨਾਮ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਹੈ। ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਵਾਨ ਸਜਾਇਆ ਕਰਦੇ ਸਨ। ਇੱਥੇ ਅੱਜ ਜੋ ਸਤਿਗੁਰਾਂ ਦੀ ਨਿਸ਼ਾਨੀ ਮੌਜੂਦ ਹੈ ਚੋਲਾ ਸਾਹਿਬ 52 ਕਲੀਆਂ ਵਾਲਾ, ਜਿਸ ਨੂੰ ਪਹਿਨ ਕੇ ਸਤਿਗੁਰਾਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਕੈਦ ਤੋਂ ਰਿਹਾ ਕਰਵਾਏ ਸਨ। 5 ਗ੍ਰੰਥੀ ਸਾਹਿਬ ਜੋ ਹੱਥ ਲਿਖਤ ਹੈ ਉਸ ਸਮੇਂ ਦੀ, ਜਿਸ ਤੋਂ ਸਤਿਗੁਰੂ ਜੀ ਆਪ ਨਿਤਨੇਮ ਕਰਿਆ ਕਰਦੇ ਸਨ, ਜਿਸ ਦੇ ਵਿੱਚ 10 ਬਾਣੀਆਂ ਦਰਜ ਹਨ ਅਤੇ ਇੱਕ ਪੈਰ ਦਾ ਜੋੜਾ ਸਾਹਿਬ ਇੱਥੇ ਮੌਜੂਦ ਹੈ ਜੀ। ਸੰਗਤ ਦਾ ਜੀ ਕੋਈ ਅੰਤ ਨਹੀਂ ਹੈਗਾ। ਸੰਗਤ ਤਾਂ ਬਹੁਤ ਦੇਸਾਂ ਪ੍ਰਦੇਸਾਂ ਤੋਂ ਵੀ ਬਹੁਤ ਆਉਂਦੀ ਆ ਤੇ ਬਾਕੀ ਸੰਗਰਾਂਦ ਇੱਥੇ ਮਨਾਈ ਜਾਂਦੀ ਹੈ ਹਰ ਇੱਕ ਮਹੀਨੇ। ਦੀਵਾਲੀ ਜੀ ਇੱਥੇ ਸੰਗਤ ਬਾਹਰੋਂ ਵੀ ਦਰਸ਼ਨ ਕਰਨ ਆਉਂਦੀ ਆ ਤੇ ਸੁਬਾਹ ਨਗਰ ਕੀਰਤਨ ਆਪਣੇ ਕੀਰਤਨ ਕਰਦੇ ਆ ਗ੍ਰੰਥੀ ਸਿੰਘ ਤੇ ਸ਼ਾਮ ਨੂੰ ਸਾਰੇ ਹੀ ਪਿੰਡ ਤਕਰੀਬਨ ਮੱਥਾ ਟੇਕਣ ਆਉਂਦਾ ਇੱਥੇ। इस स्थान ते 45 दिनों तक मीरी पीरी दे मालिक श्री गुरु हरगोबिंद साहिब जी ने विश्राम कीता सी। उस स्थान ते गुरुद्वारा दमदमा साहिब सुशोभित है। गुरु साहिब जी दे इस थां ते पहुंचण दा जद पिंड वालियां नूं पता लगा तां गुरु जी नूं लैण पहुंच गए। उस समय हरगोबिंद साहिब जी मरवाहे खत्री बाबे सुरतीए जी दे घर 45 दिन तक रुके सन। गुरु हरगोबिंद साहिब जी हर रोज सवेरे पिंड दे दरवाजे दे कंडे ते बने तलाब ते दातन ते इशनान करया करदे सन।
ਇੱਕ ਦਿਨ ਗੁਰੂ ਜੀ ਨੇ ਦਾਤਨ ਕਰਨ ਤੋਂ ਬਾਅਦ ਉਸ ਨੂੰ ਜ਼ਮੀਨ ਦੇ ਵਿੱਚ ਹੀ ਦੱਬ ਦਿੱਤਾ। ਉਸ ਥਾਂ ਦੱਬੀ ਹੋਈ ਦਾਤਣ ਹੁਣ ਰੁੱਖ ਬਣ ਚੁੱਕੀ ਹੈ। ਗੁਰਦੁਆਰਾ ਨਿਮਸਰ ਸਾਹਿਬ ਉਸ ਥਾਂ ਤੇ ਸਥਿਤ ਹੈ। ਸਾਹਿਬਾਂ ਨੇ ਅੰਮ੍ਰਿਤ ਵੇਲੇ ਨਾ ਇਸ਼ਨਾਨ ਕਰਨ ਵੇਲੇ ਇੱਕ ਦਿਨ ਮੌਜ ਦੇ ਵਿੱਚ ਆ ਕੇ ਆਪਣੀ ਨਿੰਮ ਦੀ ਦਾਤਣ ਇਸ ਸਰੋਵਰ ਦੇ ਨਹਾ ਕੇ ਤੇ ਟੋਬੇ ਦੇ ਕੰਢੇ ਤੇ ਗੱਡੀ ਸੀ, ਜੋ ਕਿ ਬਹੁਤ ਭਾਰੀ ਨਿੰਮ ਦੇ ਰੂਪ ਦੇ ਵਿੱਚ ਅੱਜ ਵੀ ਸੁਸ਼ੋਭਿਤ ਹੈ ਸਾਡੇ ਕੋਲ। ਤੇ ਇਸ ਪਿੰਡ ਦੇ ਨਿੰਮਸਰ ਸਾਹਿਬ ਗੁਰਦੁਆਰਾ ਸਾਹਿਬ ਦੀ ਇਹ ਮਸ਼ਹੂਰੀ ਹੈ ਕਿ ਉਹ ਨਿੰਮ ਦੇ ਜਿਹੜੇ ਪੱਤੇ ਸੀ ਉਹ ਕੌੜੇ ਨਹੀਂ ਸੀ। ਤੇ ਗੁਰਦੁਆਰਾ ਸਾਹਿਬ ਇਸ ਸਥਾਨ ਤੇ ਮਹਾਰਾਜ ਨੇ 45 ਦਿਨ ਤਪ ਕੀਤਾ। ਸਰੋਵਰ ਦੇ ਵਿੱਚ ਜਿਹੜਾ ਵੀ ਪ੍ਰਾਨੀ ਇਸ਼ਨਾਨ ਕਰਦਾ, ਕੋਈ ਕਿਸੇ ਕਿਸਮ ਦਾ ਦੁੱਖ ਤਕਲੀਫ ਹੈ ਜਾਂ ਕੋਈ ਆਪਾਂ ਨੂੰ ਉੱਦਾਂ ਦੀ ਚੀਜ਼ ਆ, ਕੋਈ ਸਾਰੇ ਦੁੱਖ ਠੀਕ ਹੋ ਜਾਂਦੇ ਨੇ। ਇੱਥੇ ਪਾਤਸ਼ਾਹ ਦੀ ਐਡੀ ਵੱਡੀ ਕਿਰਪਾ ਜੀ। ਵਰਤਾ ਜਦੋਂ ਇੱਥੇ ਜਿਹੜਾ ਲਿਖਤ ਇਤਿਹਾਸ ਦੇ ਵਿੱਚ ਵੀ ਲਿਖਿਆ ਵੀ ਹੋਇਆ, ਯਾਨੀ ਸਾਨੂੰ ਵੀ 20-25 ਸਾਲ ਉੱਥੇ ਸੇਵਾ ਕਰਦੇ ਨੂੰ ਹੋ ਗਏ। ਯਾਨੀ ਬਹੁਤ ਦੂਰੋਂ ਸੰਗਤ ਆ ਕੇ ਆਪਣੇ ਦੁੱਖ ਹਰਨ ਕਰਦੀ ਹੈ ਇੱਥੇ। ਕਹਿੰਦੀ ਗੁਰੂ ਦੀ ਐਡੀ ਪਾਤਸ਼ਾਹ ਦੀ ਕਿਰਪਾ, ਛੇਵੇਂ ਪਾਤਸ਼ਾਹ ਦੀ, ਯਾਨੀ ਜੋ ਵੀ ਪ੍ਰਾਨੀ ਸੱਚੇ ਮਨ ਨਾਲ ਇੱਥੇ ਸੇਵਾ ਕਰਦਾ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ। ਇੱਕ ਵਾਰ ਗੁਰੂ ਸਾਹਿਬ ਜੀ ਨੂੰ ਲੰਗਰ ਪ੍ਰਦਾਨ ਕਰਨ ਦੇ ਲਈ ਭੋਜਨ ਨਹੀਂ ਸੀ ਤਾਂ ਗੁਰੂ ਜੀ ਨੇ ਕੁਝ ਕਣਕ ਦੇ ਦਾਣੇ ਮੰਗੇ। ਗੁਰੂ ਸਾਹਿਬ ਨੇ ਆਪ ਪੜੋਲੇ ਦੇ ਵਿੱਚ ਕੁਝ ਕਣਕ ਦੇ ਦਾਣੇ ਪਾ ਦਿੱਤੇ ਤੇ ਬਚਨ ਕੀਤੇ ਕਿ ਇਸ ਘਰ ਦੇ ਵਿੱਚ ਭੋਜਨ ਦੀ ਕਦੇ ਕੋਈ ਕਮੀ ਨਹੀਂ ਆਵੇਗੀ, ਹਮੇਸ਼ਾ ਲੰਗਰ ਚੱਲਦਾ ਹੀ ਰਹੇਗਾ। ਪਰ ਨਾਲ ਹੀ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਵੀ ਪੜੋਲੇ ਨੂੰ ਨਾ ਤਾਂ ਖੋਲੇਗਾ ਤੇ ਨਾ ਹੀ ਇਸ ਅੰਦਰ ਵੇਖੇਗਾ। ਕਹਿੰਦੇ ਨੇ ਕਿ ਪੜੋਲੇ ਦੇ ਵਿੱਚੋਂ 180 ਸਾਲ 5 ਪੀੜ੍ਹੀਆਂ ਤੱਕ ਕਣਕ ਆਉਂਦੀ ਹੀ ਰਹੀ। ਜਦੋਂ ਇੱਕ ਨਵੀਂ ਵਿਆਹੀ ਨੂੰਹ ਨੇ ਪੜੋਲੇ ਨੂੰ ਸਾਫ਼ ਕਰਨ ਦੇ ਲਈ ਪੜੋਲੇ ਦਾ ਢੱਕਣ ਚੁੱਕ ਲਿਆ ਤਾਂ ਇਹ ਪਾਇਆ ਕਿ ਪੜੋਲਾ ਤਾਂ ਅੰਦਰੋਂ ਖਾਲੀ ਸੀ। ਇਸ ਤੋਂ ਬਾਅਦ ਪੜੋਲੇ ਦੇ ਵਿੱਚੋਂ ਕਣਕ ਆਉਣੀ ਬੰਦ ਹੋ ਗਈ। ਇਸ ਸਥਾਨ ਤੇ ਇਸ ਸਮੇਂ ਗੁਰਦੁਆਰਾ ਪੜੋਲਾ ਸਾਹਿਬ ਸੁਸ਼ੋਭਿਤ ਹੈ। ਅਸੀਂ ਇਸ ਦੇ ਵਿੱਚ ਸਾਹਿਬਾਂ ਨੇ ਸਾਡੇ ਪਿੰਡ ਗੁਰਦੁਆਰਾ ਦਮਦਮਾ ਸਾਹਿਬ ਜਿਸ ਸਥਾਨ ਤੇ ਸੁਸ਼ੋਭਿਤ ਹੈ, ਉਸ ਸਥਾਨ ਤੇ ਚਰਨ ਪਾਏ ਫਕੀਰ ਨੂੰ ਮਿਲਣ ਵਾਸਤੇ ਸਾਹਿਬ ਜੀ ਆਏ। ਉਸ ਤੋਂ ਉਪਰੰਤ ਬਾਬਾ ਸੂਰਤੀਆ ਜੀ ਮਹਾਰਾਜ ਜੀ ਨੂੰ 6ਵੇਂ ਪਾਤਸ਼ਾਹ ਨੂੰ ਆਪਣੇ ਗ੍ਰਹਿ ਵਿਖੇ ਲੈ ਕੇ ਜਲ ਪਾਣੀ ਛਕਾਇਆ, ਸੇਵਾ ਕੀਤੀ। ਸੰਧਿਆ ਦਾ ਸਮਾਂ ਹੋ ਗਿਆ, ਸਾਹਿਬਾਂ ਨੂੰ ਬੇਨਤੀ ਕਰਕੇ ਉਹਨਾਂ ਨੇ ਰਾਤ ਨੂੰ ਗ੍ਰਹਿ ਵਿਖੇ ਆਪਣੇ ਰੱਖਣ ਦੀ ਸਾਰੀ ਉਦਮ ਉਪਰਾਲਾ ਕਰ ਲਿਆ। ਸਾਹਿਬਾਂ ਨੂੰ ਇਸ ਸਥਾਨ ਤੇ ਸਾਹਿਬਾਂ ਨੂੰ ਅੰਮ੍ਰਿਤ ਵੇਲੇ ਸਿੰਘਾਂ ਦੇ ਇਸ਼ਨਾਨ ਕਰਨ ਵਾਸਤੇ ਪ੍ਰਬੰਧ ਕਰਨ ਵਾਸਤੇ ਲੈ ਕੇ ਆਏ। ਸਾਹਿਬਾਂ ਨੂੰ ਦਿਖਾਇਆ ਸੱਚੇ ਪਾਤਸ਼ਾਹ ਇਹ ਸਥਾਨ ਇੱਥੇ ਹੈ, ਸਾਡੇ ਪਿੰਡ ਦਾ ਲਖਿਆਣਾ ਟੋਬਾ ਸੁੱਚੇ ਪਾਣੀ ਦਾ, ਇੱਥੇ ਮਤਲਬ ਇਹ ਸਿੰਘਾਂ ਦਾ ਇਸ਼ਨਾਨ ਕਰਨ ਵਾਸਤੇ ਪ੍ਰਬੰਧ ਕਰ ਦਈਏ। ਸਾਹਿਬ ਜੀ ਨਾਲ ਆ ਕੇ ਦੇਖ ਕੇ ਬੜੇ ਖੁਸ਼ ਹੋ ਕੇ ਕਹਿੰਦੇ ਭਾਈ ਅਸੀਂ ਇੱਥੇ 45 ਦਿਨ ਰਹਿ ਕੇ ਤਪ ਕਰਾਂਗੇ ਅਤੇ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਇਸੇ ਸਥਾਨ ਤੇ ਤਪ ਕਰਕੇ ਤਾਰਿਆ। ਗੁਰਦੁਆਰਾ ਚੋਲਾ ਸਾਹਿਬ ਵਿਖੇ ਸਾਹਿਬਾਂ ਨੇ ਮਤਲਬ ਇੱਥੋਂ ਜਾ ਕੇ ਦੀਵਾਨ ਸਜਾ ਕੇ ਸੰਗਤਾਂ ਨੂੰ ਉੱਥੇ ਤਾਰਿਆ ਕਰਦੇ ਸੀ। 45 ਦਿਨ ਸਾਡੇ ਪਿੰਡ ਦੇ ਵਿੱਚ ਰਹਿ ਕੇ ਸਾਹਿਬਾਂ ਨੇ ਇਸ ਪਿੰਡ ਨੂੰ ਤਾਰਿਆ। ਵਾਪਸੀ ਤੇ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਨਿਸ਼ਾਨੀਆਂ ਭੇਂਟ ਕੀਤੀਆਂ। ਵਾਪਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਤੇ ਆਪਣੀਆਂ ਨਿਸ਼ਾਨੀਆਂ ਦੇ ਵਿੱਚੋਂ 52 ਕਲੀਆਂ ਵਾਲਾ ਚੂਲਾ, ਇੱਕ ਚਰਨ ਦਾ ਚੂੜਾ